CKSP 600 AM ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਹੋ ਤੁਸੀਂ। ਜਦੋਂ ਆਪਾਂ ਗੱਲ ਕਰ ਰਹੇ ਹਾਂ ਹੁਣ ਇਸ ਵੇਲੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਜਿਹੜੇ ਨੇ ਉਹ ਜਿਹੜੇ ਇੰਟਰਸਟ ਰੇਟ 4.5% ਦੇ ਉੱਤੇ ਰੇਟ ਹੋਲਡ ਕਰ ਲਏ ਗਏ ਨੇ ਉਹਦੇ ਬਾਰੇ ਜਾਣਕਾਰੀ ਦੇ ਰਹੇ ਨੇ। ਅੱਗੇ ਚੱਲ ਕੇ ਆਪਾਂ ਇਹਦੇ ਬਾਰੇ ਗੱਲ ਕਰਾਂਗੇ, ਪਰ ਫਿਲਹਾਲ ਜਿਹੜੀ ਆਪਾਂ ਗੱਲ ਕਰਨੀ ਹੈ ਬੜੀ ਮਹੱਤਵਪੂਰਨ ਹੈ। ਇਹ ਸਾਡੀ ਸੇਫਟੀ ਦੇ ਨਾਲ ਜੁੜੀ ਹੋਈ ਹੈ, ਸਾਡੀ ਸੁਰੱਖਿਆ ਦੇ ਨਾਲ ਜੁੜੀ ਹੋਈ ਹੈ। ਇੱਕ ਆਨਲਾਈਨ ਸਰਵੇ ਹੋਇਆ ਲੀਗਲ ਐਂਡ ਦ ਐਸੋਸੀਏਸ਼ਨ ਫਾਰ ਕੈਨੇਡੀਅਨ ਸਟੱਡੀਜ਼। ਇਹ ਕਹਿੰਦੇ ਕਿ ਕੈਨੇਡੀਅਨ ਜਿਹੜੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੈਨੇਡੀਅਨ ਨੇ ਜਿਨ੍ਹਾਂ ਨੇ ਇਸ ਸਰਵੇ 'ਚ ਹਿੱਸਾ ਲਿਆ ਉਹ ਇਹ ਮਹਿਸੂਸ ਕਰ ਰਹੇ ਨੇ ਕਿ COVID-19 ਤੋਂ ਪਹਿਲਾਂ ਦੇ ਸਮੇਂ ਨਾਲੋਂ ਉਹ ਹੁਣ ਜ਼ਿਆਦਾ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ, ਪਬਲਿਕ ਸੇਫਟੀ ਦੇ ਲਿਹਾਜ਼ ਨਾਲ ਔਰ ਕ੍ਰਾਈਮ ਦੇ ਲਿਹਾਜ਼ ਨਾਲ। ਕ੍ਰਾਈਮ ਦੇ ਲਿਹਾਜ਼ ਦੀ ਆਪਾਂ ਗੱਲ ਕਰਦੇ ਹਾਂ, ਆਪਾਂ ਦੇਖਿਆ ਪਿਛਲੇ ਦਿਨੀ ਕਿਸ ਤਰੀਕੇ ਦੇ ਨਾਲ ਸਟੈਬਿੰਗ ਦੀਆਂ ਬਹੁਤ ਸਾਰੀਆਂ ਵਾਰਦਾਤਾਂ ਹੋਈਆਂ। ਇਨਫੈਕਟ ਕੱਲ੍ਹ ਵੀ ਅਜੇ ਸਰੀ ਦੇ ਵਿੱਚ ਸਰੀ ਦੀ ਪੁਲਿਸ ਦੇ ਜਿਹੜੀ RCMP ਉਹਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕੱਲ੍ਹ ਵੀ ਕਿੰਗ ਜਾਰਜ ਬੁਲੇਵਰਡ ਤੇ 100th ਐਵਨਿਊ ਦੇ ਕੋਲ ਸ਼ਾਮ 9:30 ਵਜੇ ਦੇ ਕਰੀਬ ਇੱਕ ਸਟੈਬਿੰਗ ਦੀ ਵਾਰਦਾਤ ਹੋਈ ਹੈ। ਇਸ ਤੋਂ ਪਹਿਲਾਂ ਵੀ ਸਟੈਬਿੰਗ ਦੀ ਵਾਰਦਾਤ ਹੋਈ ਹੈ ਜਿਹਦੇ 'ਚ ਟੈਰਰਿਜ਼ਮ ਦੇ ਚਾਰਜਸ ਤੱਕ ਜਿਹੜੇ ਉਹ ਲਾਏ ਗਏ। ਇਹ ਸਾਰੀਆਂ ਵਾਰਦਾਤਾਂ ਚੱਲ ਰਹੀਆਂ, ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹੈ। ਰਿਪੀਟ ਅਫੈਂਡਰਸ ਜਿਹੜੇ ਬਾਹਰ ਘੁੰਮ ਰਹੇ ਹੈ, ਇਹਨੂੰ ਲੈ ਕੇ ਫੈਡਰਲ ਸਰਕਾਰ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ, ਸੂਬਾ ਸਰਕਾਰ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ। ਪ੍ਰੀਮੀਅਰ ਡੇਵਿਡ ਈਬੀ, ਮਾਈਕ ਫਾਰਮਰਥ ਮਿਨਿਸਟਰ ਆਫ ਪਬਲਿਕ ਸੇਫਟੀ, ਇਹ ਅੱਜ ਆਪਣੇ ਇੱਕ ਬੜਾ ਵੱਡਾ ਅਨਾਊਂਸਮੈਂਟ ਕਰਨ ਜਾ ਰਹੇ ਨੇ ਨਨਾਇਮੋ ਦੇ ਵਿੱਚ 12:30 ਵਜੇ। ਸਾਡੇ ਅਗਲੇ ਨਿਊਜ਼ ਬੁਲੇਟਿਨ 1 ਵਜੇ ਵਾਲੇ 'ਚ ਇਹਦੇ ਬਾਰੇ ਜਾਣਕਾਰੀ ਵੀ ਅਸੀਂ ਦਿਆਂਗੇ। ਲੇਕਿਨ ਇਹ ਸਾਰੀਆਂ ਗੱਲਾਂ ਬਾਤਾਂ ਆਪਣੇ ਲੈਵਲ 'ਤੇ ਚੱਲ ਰਹੀਆਂ, ਪਰ ਸਰੀ ਦੇ ਵਿੱਚ ਜਿਹੜੀ ਕਿ ਕੈਨੇਡਾ ਦੀ ਵਨ ਆਫ ਦ ਫਾਸਟੈਸਟ ਗਰੋਇੰਗ ਸਿਟੀ ਹੈ, ਪੂਰੇ ਕੈਨੇਡਾ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਸਿਟੀ ਹੈ। ਲੈਂਡ ਮਾਸ ਦੇ ਹਿਸਾਬ ਦੇ ਨਾਲ BC ਦੀ ਸਭ ਤੋਂ ਵੱਡਾ ਸ਼ਹਿਰ ਹੈ। ਔਰ ਹੈਰਾਨਗੀ ਦੀ ਗੱਲ ਇਹ ਹੈ ਕਿ ਇਹਦੇ ਵਿੱਚ ਪੁਲਿਸਿੰਗ ਨੂੰ ਲੈ ਕੇ ਰੇੜਕਾ ਇੰਨਾ ਜ਼ਿਆਦਾ ਫਸਿਆ ਹੋਇਆ, ਇੰਨਾ ਜ਼ਿਆਦਾ ਬੁਰਾ ਹਾਲ ਹੈ ਕਿ ਸਰੀ ਦੇ ਲੋਕ ਕਨਫਿਊਜ਼ ਹੋ ਚੁੱਕੇ ਹੈ। ਸਰੀ ਦੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਬਣ ਕੀ ਰਿਹਾ। ਇੱਕ ਦਿਨ ਕੁਝ ਬਿਆਨ ਆਉਂਦਾ, ਅਗਲੇ ਦਿਨ ਬਿਆਨ ਜਿਹੜਾ ਉਹ ਕੁਝ ਹੋਰ ਬਣ ਜਾਂਦਾ ਹੈ, ਕੋਈ ਹੋਰ ਗੱਲਾਂ ਕੀਤੀਆਂ ਜਾ ਰਹੀਆਂ। ਇੱਕ ਸਟੇਟਮੈਂਟ ਜਿਹੜੀ ਸਰੀ ਦੇ ਮੇਅਰ ਬ੍ਰੈਂਡਾ ਲੌਕ ਦੇ ਵੱਲੋਂ ਦਿੱਤੀ ਗਈ, ਉਹਨਾਂ ਦੇ ਆਫਿਸ ਦੇ ਵੱਲੋਂ ਆਫੀਸ਼ੀਅਲ ਅਧਿਕਾਰਕ ਸਟੇਟਮੈਂਟ ਦਿੱਤੀ ਗਈ, ਜਿਹਦੇ 'ਚ ਕਿਹਾ ਗਿਆ ਕਿ ਜਿਹੜੀ ਮੈਟਰੋ ਵੈਨਕੂਵਰ ਦੇ ਮੇਅਰਸ ਦੀ ਕਮੇਟੀ ਹੈ ਉਹਦੇ ਵੱਲੋਂ ਯੂਨੈਨਿਮਸਲੀ ਇੱਕ ਮਤਾ ਜਿਹੜਾ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ ਕਿ ਭਾਈ ਸਿਟੀ ਦੇ ਵਿੱਚ ਜਿਹੜੀ ਪੁਲਿਸ ਹੈ ਉਹ ਪੁਲਿਸ ਆਫ ਜੂਰਿਸਡਿਕਸ਼ਨ ਸਿਟੀ ਦੀ RCMP ਹੀ ਰਹਿਣੀ ਚਾਹੀਦੀ ਹੈ ਔਰ ਇਹ ਜਿਹੜਾ ਫੈਸਲਾ ਛੇਤੀ ਕੀਤਾ ਜਾਏ। ਉਹ ਕਹਿੰਦੇ ਕਿ ਇਹ ਜਿਹੜਾ ਮੋਸ਼ਨ ਸੀ ਇਹ ਜਾਰਜ ਹਾਰਵੀ ਜਿਹੜੇ ਡੈਲਟਾ ਦੇ ਮੇਅਰ ਨੇ ਉਹ ਲੈ ਕੇ ਆਏ ਨੇ। ਇਹਦੇ ਬਾਰੇ ਆਪਾਂ ਬਹੁਤ ਵਾਰ ਤੁਹਾਡੇ ਨਾਲ ਵੀ ਗੱਲ ਕਰ ਚੁੱਕੇ ਹਾਂ। ਜਾਣਕਾਰੀ ਵੀਕਐਂਡ ਤੋਂ ਪਹਿਲਾਂ, ਲੌਂਗ ਵੀਕਐਂਡ ਤੋਂ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਪਰ ਲੌਂਗ ਵੀਕਐਂਡ ਤੋਂ ਬਾਅਦ ਇੱਕ ਜਾਣਕਾਰੀਆਂ ਮਿਲੀਆਂ ਕਿ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਵਿਕਟੋਰੀਆ ਦੇ ਵਿੱਚ ਮਾਈਕ ਫਾਰਮਵਰਥ ਕਹਿੰਦੇ ਇਹ ਤਾਂ ਜਿਹੜੀ ਇੰਟਰਪ੍ਰੀਟੇਸ਼ਨ ਹੈ ਗਲਤ, ਕਹਿੰਦੇ ਇੱਦਾਂ ਦੀ ਤਾਂ ਗੱਲ ਨਹੀਂ। ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਿਹੜੀ ਗੱਲ ਕਹੀ ਹੈ ਉਹ ਕਹਿੰਦੇ ਕਿ ਜਿਹੜੀ ਲੈਟਰ ਮੇਰੇ ਕੋਲ ਆ ਰਹੀ ਹੈ, ਜੋ ਉਹਨਾਂ ਨੇ ਗੱਲ ਕੀਤੀ ਸੀ ਮੰਗਲਵਾਰ ਨੂੰ, ਉਹ ਕਹਿੰਦੇ the letter that is on its way to me is a letter requesting a decision not about whether it should be Surrey Police Service or the RCMP. ਸੇਫ ਸਰੀ ਕੋਲੀਸ਼ਨ ਜਿਹੜੀ ਉਹਨਾਂ ਦੀ ਧੁਰ ਵਿਰੋਧੀ ਪਾਰਟੀ ਹੈ, ਪਹਿਲੇ ਇਹਨਾਂ ਦੇ ਜਿਹੜੇ ਸਾਬਕਾ ਮੇਅਰ ਡਗ ਮੈਕੈਲਮ ਸੀ ਉਹਨਾਂ ਦੀ ਜਿਹੜੀ ਸਲੇਟ ਸੀ, ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੇਅਰ ਨੂੰ ਮਾਫੀ ਮੰਗਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਰੀ ਫਸਟ ਸਲੇਟ ਦੇ ਇਕਲੌਤੇ ਜਿਹੜੇ ਇਕਲੌਤੇ ਤਾਂ ਨਹੀਂ, ਹੁਣ ਤੱਕ ਹੋਰ ਕਾਉਂਸਲਰ ਨੇ ਜਿਹੜੇ ਇਸ ਸਲੇਟ ਦੇ ਜਿਹੜੇ ਕਾਉਂਸਲਰ ਨੇ ਲਿੰਡਾ ਐਨੀਸ, ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ, ਉਹ ਕਹਿੰਦੇ ਕਿ ਭਾਈ ਇਸ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਚਾਹੀਦਾ ਕਿ ਜੇਕਰ ਇਹ ਬਿਆਨ ਇਨਕਰੈਕਟ ਨੇ, ਮੇਅਰ ਦੇ ਗਲਤ ਬਿਆਨ ਨੇ, ਤਾਂ ਮੇਅਰ ਦੇ ਬਿਆਨ ਨੂੰ ਸਿਟੀ ਦੀ ਵੈਬਸਾਈਟ ਤੋਂ ਹਟਾ ਲਿਆ ਜਾਣਾ ਚਾਹੀਦਾ। ਸਿਟੀ ਦੀ ਜਿਹੜੀ ਸਰਕਾਰੀ ਵੈਬਸਾਈਟ ਹੈ ਤੋਂ ਹਟਾ ਲਿਆ ਜਾਣਾ ਚਾਹੀਦਾ। ਇਹਦੇ 'ਤੇ ਆਪਾਂ ਗੱਲਬਾਤ ਕਰਨ ਵਾਸਤੇ ਸਿਟੀ ਦੇ ਜਿਹੜੇ ਸਿਟੀ ਆਫ ਸਰੀ ਦੇ ਕਾਉਂਸਲਰ ਨੇ ਮਨਦੀਪ ਨਾਗਰਾ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਨ ਵਾਸਤੇ ਉਹਨਾਂ ਨੂੰ ਸੱਦਿਆ ਹੋਇਆ। ਮੇਰੇ ਨਾਲ ਇਸ ਵੇਲੇ ਫੋਨ ਲਾਈਨ 'ਤੇ ਮੌਜੂਦ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਕੇ ਇਹਦੇ ਬਾਰੇ ਜਾਣਕਾਰੀ ਲੈਂਦੇ ਹਾਂ। ਮਨਦੀਪ ਨਾਗਰਾ ਜੀ, ਬਹੁਤ ਬਹੁਤ ਸਵਾਗਤ ਹੈ, ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਜੀ ਭਾਜੀ, ਥੈਂਕ ਯੂ ਟਾਈਮ ਦੇਣ ਵਾਸਤੇ, ਤੇ ਤੁਹਾਨੂੰ ਤੇ ਤੁਹਾਡੇ ਸਾਰੇ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਨਾਗਰਾ ਸਾਹਿਬ, ਅੱਗੇ ਚੱਲ ਕੇ ਮੈਂ ਗੱਲ ਕਰਨੀ ਹੈ ਆਪਣੇ ਸਰੋਤਿਆਂ ਦੇ ਨਾਲ ਵੀ, ਜਿਹੜਾ ਮੈਂ ਸਵੇਰੇ ਗੱਲ ਕਰ ਰਿਹਾ ਸੀ ਆਨਲਾਈਨ ਸਰਵੇ ਲੀਗਲ ਐਂਡ ਦ ਐਸੋਸੀਏਸ਼ਨ ਫਾਰ ਕੈਨੇਡੀਅਨ ਸਟੱਡੀਜ਼ ਦਾ ਹੋਇਆ ਕਿ ਕੈਨੇਡੀਅਨ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹੈ। ਉਹ ਕਹਿ ਰਹੇ ਕਿ ਪਬਲਿਕ ਸੇਫਟੀ ਔਰ ਕ੍ਰਾਈਮ ਇਸ ਵੇਲੇ ਜਿਹੜੀਆਂ ਸਾਡੀਆਂ ਪ੍ਰੋਵਿੰਸ਼ੀਅਲ ਜਾਂ ਫੈਡਰਲ ਸਰਕਾਰਾਂ ਬਹੁਤ ਪੂਅਰ ਜੌਬ ਕਰ ਰਹੀਆਂ। ਪ੍ਰੋਵਿੰਸ਼ੀਅਲ ਔਰ ਫੈਡਰਲ ਸਰਕਾਰ ਦੀ ਤਾਂ ਗੱਲ ਕਰਤੀ, ਪਰ ਲੋਕਲ ਲੈਵਲ 'ਤੇ ਜੋ ਹਾਲਾਤ ਬਣੇ ਹੋਏ ਆ, ਕਿਉਂਕਿ ਸਿਟੀ ਆਫ ਸਰੀ ਦੇ ਤੁਸੀਂ ਕਾਉਂਸਲਰ ਹੋ, ਇਹਦੇ ਵਿੱਚ ਜਿਹੜੀ ਇਹ ਇੱਕ ਸਰਕਾਰੀ ਸਟੇਟਮੈਂਟ ਨੂੰ ਲੈ ਕੇ ਰੌਲਾ ਪਿਆ ਹੋਇਆ, ਇਹਦੇ ਬਾਰੇ ਸਾਨੂੰ ਤੁਸੀਂ ਦੱਸੋ ਕਿ ਕੀ ਜਾਣਕਾਰੀ ਹੈ। ਦੇਖੋ, ਇਹ ਇੱਕ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੋ ਜਾਂਦੀ, ਸਪੈਸ਼ਲੀ ਜਦੋਂ ਅਸੀਂ ਕਿਸੇ ਵੀ ਪਬਲਿਕ ਆਫਿਸ ਵਾਸਤੇ ਇਲੈਕਟ ਹੁੰਦੇ ਹਾਂ, ਕਿ ਲੋਕ ਸਾਡੀ ਜਿਹੜੀ ਆਪਣੇ ਡਿਫਰੈਂਟ ਮੈਟਰਸ 'ਤੇ ਲੈ ਕੇ
ਨੇ, ਚਾਹੇ ਉਹ ਡਿਵੈਲਪਮੈਂਟ ਨੂੰ ਲੈ ਕੇ ਹੋਵੇ, ਚਾਹੇ ਉਹ ਕੋਈ ਡਿਫਰੈਂਟ ਪਬਲਿਕ ਅਨਾਊਂਸਮੈਂਟਸ ਹੋਣ, ਤੇ ਉਹ ਸਾਡੇ ਤੋਂ ਸੁਣਨਾ ਚਾਹੁੰਦੇ ਨੇ, ਤੇ ਪਲੱਸ ਉਹ ਬਲੀਵ ਇਹ ਕਰਦੇ ਨੇ ਕਿ ਯੈਸ ਡੈਫੀਨਿਟਲੀ ਜੇ ਕਹਿ ਰਹੇ ਨੇ ਤੇ ਸੱਚ ਹੈ। ਸੋ ਸਾਡੀ ਰਿਸਪੌਂਸਿਬਿਲਿਟੀ ਇਹ ਬਣ ਜਾਂਦੀ ਹੈ ਕਿ ਜੋ ਅਸੀਂ ਕਹੀਏ, ਜੋ ਪਬਲਿਕਲੀ ਕਹੀਏ ਜਾਂ ਅਸੀਂ ਦੇ ਵਿੱਚ ਕਹੀਏ, ਉਹ ਬਿਲਕੁਲ ਐਕੂਰੇਟ ਇਨਫੋਰਮੇਸ਼ਨ ਹੋਵੇ। ਸੋ ਇਹ ਜਿਹੜੀ ਇੱਕ ਇਨਫੋਰਮੇਸ਼ਨ, ਜਿਹੜੀ ਇੱਕ ਸਟੇਟਮੈਂਟ ਮੇਅਰ ਵੱਲੋਂ ਦਿੱਤੀ ਗਈ ਸੀ, ਬਿਲਕੁਲ ਗਲਤ ਇਨਐਕੂਰੇਟ ਇਨਫੋਰਮੇਸ਼ਨ ਸੀਗੀ ਕਿ ਜਿਹੜੀ ਮੇਅਰਸ ਕਾਉਂਸਲ ਨੇ RCMP ਨੂੰ ਰਿਟੇਨ ਕਰਨ ਵਾਸਤੇ, RCMP ਨੂੰ ਰੱਖਣ ਵਾਸਤੇ ਯੂਨੈਨਿਮਸਲੀ ਵੋਟ ਪਾਈ ਆ। ਸਾਰੇ ਸਿਟੀ ਦੇ ਮੇਅਰਸ ਨੇ ਉਹਨਾਂ ਨੂੰ ਸਪੋਰਟ ਕੀਤਾ ਕਿ RCMP ਸਰੀ ਦੇ ਵਿੱਚ ਰਹਿਣੀ ਚਾਹੀਦੀ। ਇਹ ਇੱਕ ਬਹੁਤ ਗਲਤ ਸਟੇਟਮੈਂਟ ਸੀ, ਮਿਸਲੀਡਿੰਗ ਸਟੇਟਮੈਂਟ ਸੀ। ਇਹ ਉਹਨਾਂ ਦੀ ਵੈਬਸਾਈਟ ਤੇ ਹਜੇ ਵੀ ਇਹ ਸਟੇਟਮੈਂਟ ਪਈ ਹੋਈ ਆ। ਜਿਹੜਾ ਕਿ ਹੁਣ ਕਲੈਰੀਫਿਕੇਸ਼ਨ ਆ ਰਹੀ ਆ, ਮੇਅਰ ਆਫ ਰਿਚਮੰਡ ਜਿਹੜੇ ਆ ਉਹ ਵੀ ਕੱਲ ਮੀਡੀਆ ਦੇ ਸਾਹਮਣੇ ਆਏ ਸੀ, ਉਹਨਾਂ ਨੇ ਵੀ ਦੱਸਿਆ ਸੀਗਾ, ਜੇ ਤੁਸੀਂ ਉਹ ਮੋਸ਼ਨ ਰੀਡ ਕਰੋਗੇ, ਮੋਸ਼ਨ ਦੇ ਵਿੱਚ ਵੀ ਕਲੀਅਰਲੀ ਇਹ ਲਿਖਿਆ ਹੋਇਆ ਕਿ ਉਹ ਜਿਹੜੇ ਮੇਅਰ ਕਾਉਂਸਲ ਹੈ ਉਹ ਸਪੋਰਟ ਨਹੀਂ ਕਰ ਰਹੇ RCMP ਨੂੰ ਰਿਟੇਨ ਕਰਨ ਲਈ ਜਾਂ ਸਰੀ ਪੁਲਿਸ ਵਾਸਤੇ। ਉਹ ਇਹ ਕਹਿ ਰਹੇ ਨੇ ਮਿਨਿਸਟਰ ਆਫ ਪਬਲਿਕ ਸੇਫਟੀ ਨੂੰ ਕਿ ਜੋ ਵੀ ਡਿਸੀਜਨ ਹੈਗਾ ਪੁਲਿਸਿੰਗ ਦੇ ਲਈ, ਉਹ ਜਲਦੀ ਤੋਂ ਜਲਦੀ ਉਹ ਡਿਸੀਜਨ ਬਣਾਇਆ ਜਾਵੇ ਤਾਂ ਕਿ ਅਸੀਂ ਮੂਵ ਫਾਰਵਰਡ ਕਰ ਸਕੀਏ। ਇਹ ਗੱਲ ਤੇ ਅਸੀਂ ਵੀ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਜਿਹੜਾ ਡਿਸੀਜਨ ਆ ਉਹ ਜਲਦੀ ਬਣਾਇਆ ਜਾ ਸਕੇ ਤਾਂ ਕਿ ਸਰੀ ਦੇ ਲੋਕ, ਸਰੀ ਦੀ ਜਿਹੜੀ ਪੁਲਿਸਿੰਗ ਆ ਉਹਦੇ ਤੇ ਆਪਾਂ ਕੰਮ ਕਰ ਸਕੀਏ, ਜੋ ਵੀ ਉਹਨਾਂ ਦਾ ਫਾਈਨਲ ਡਿਸੀਜਨ ਹੋਏਗਾ। ਪਰ ਇਹ ਕਹਿ ਦੇਣਾ ਕਿ ਸਾਰੀ ਸਿਟੀ ਦੇ ਜਿਹੜੇ ਮੇਅਰਸ ਆ ਉਹ ਸਪੋਰਟ ਕਰ ਰਹੇ ਨੇ RCMP ਨੂੰ ਸਰੀ ਦੇ ਵਿੱਚ ਰੱਖਣ ਵਾਸਤੇ, ਇੱਕ ਮੇਅਰ ਦੇ ਆਫਿਸ ਚੋਂ ਇਦਾਂ ਦੀ ਇੱਕ ਗਲਤ ਮਿਸਲੀਡਿੰਗ ਸਟੇਟਮੈਂਟ ਆਉਣੀ ਇੱਕ ਬਹੁਤ ਰੋਂਗ ਟ੍ਰੈਂਡ ਹੋਏਗਾ ਜੇ ਆਪਾਂ ਇੱਥੇ ਸਟਾਰਟ ਕਰਨਾ ਚਾਹੁੰਦੇ। ਕਾਉਂਸਲਰ ਨਾਗਰਾ, ਤੁਹਾਡੇ ਕੋਲ ਇੱਕ ਚੀਜ਼ ਮੈਂ ਹੋਰ ਪੁੱਛਣੀ ਚਾਹੁੰਦਾ ਕਿ ਤੁਹਾਡੇ ਹੀ ਨਾਲ ਜਿਹੜੇ ਸੀਟ ਤੇ ਬੈਠਦੇ ਆ ਕਾਉਂਸਲਰ ਲਿੰਡਾ ਐਨੀਸ, ਉਹ ਸ਼ਾਇਦ ਜਾਰਜ ਹਾਰਵੀ ਹੋਣਾ ਦੇ ਨਾਲ ਵੀ ਉਹਨਾਂ ਦੀ ਗੱਲਬਾਤ ਹੋਈ ਹੈ, ਜਿਹੜੇ ਆਨਰੇਬਲ ਮੇਅਰ ਨੇ ਡੈਲਟਾ ਦੇ, ਸਿਟੀ ਆਫ ਡੈਲਟਾ ਦੇ। ਕੀ ਤੁਹਾਡੀ ਵੀ ਕੋਈ ਗੱਲਬਾਤ ਹੋਈ ਹੈ? ਤੁਹਾਡੀ ਸਲੇਟ ਵੱਲੋਂ ਵੀ ਕੋਈ ਅਪਰੋਚ ਕੀਤੀ ਗਈ ਹੈ ਡੈਲਟਾ ਦੇ ਮੇਅਰ ਨਾਲ ਗੱਲਬਾਤ ਕਰਨ ਵਾਸਤੇ? ਨਹੀਂ, ਮੇਰੀ ਪਰਸਨਲੀ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੇ ਨਾਲ, ਪਰ ਮੈਂ ਜੋ ਸੁਣ ਰਿਹਾ ਕਿ ਉਹ ਸਾਰੇ ਮੇਅਰ ਜਿੰਨੇ ਵੀ ਹੈਗੇ ਨੇ ਉਹ ਕੰਡੈਮ ਕਰ ਰਹੇ ਨੇ ਸਟੇਟਮੈਂਟ ਨੂੰ ਕਿ ਗਲਤ ਸਟੇਟਮੈਂਟ ਹੈਗੀ ਆ। ਉਹਨਾਂ ਦੇ ਵਿੱਚੋਂ ਮੈਂ ਜਿੱਦਾਂ ਦੱਸਿਆ ਕਿ ਰਿਚਮੰਡ ਦੇ ਮੇਅਰ ਕੱਲ ਮੀਡੀਆ ਦੇ ਸਾਹਮਣੇ ਵੀ ਆਏ ਸੀਗੇ, ਉਹਨਾਂ ਨੇ ਵੀ ਦੱਸਿਆ ਕਿ ਇਹ ਗਲਤ ਸਟੇਟਮੈਂਟ ਹੈਗੀ ਆ, ਇਹ ਮਿਸਲੀਡਿੰਗ ਸਟੇਟਮੈਂਟ ਆ। ਇਹ ਐਕਚੁਅਲੀ ਇਹ ਆ ਕਿ ਉਹਨਾਂ ਨੇ ਸਪੋਰਟ ਕੀਤਾ ਕਿ ਜਿਹੜਾ ਡਿਸੀਜਨ ਹੈ ਉਹ ਬਣਾਇਆ ਜਾਵੇ, ਨਾ ਕਿ ਸਪੋਰਟ ਕੀਤਾ ਕਿ ਕਿਹੜੀ ਪੁਲਿਸਿੰਗ ਹੋਣੀ ਚਾਹੀਦੀ ਆ। ਉਹਨਾਂ ਨੇ ਕਿਸੇ ਇੱਕ ਸਾਈਡ ਦੀ ਇੱਕ ਪੁਲਿਸਿੰਗ ਦੀ ਸਾਈਡ ਨਹੀਂ ਲਈ। ਉਹ ਕਹਿੰਦੇ ਕਿ ਡਿਸੀਜਨ ਜੋ ਆ ਪਬਲਿਕ ਸੇਫਟੀ ਮਿਨਿਸਟਰ ਦਾ, ਪਰ ਜਿਹੜਾ ਡਿਸੀਜਨ ਆ ਉਹ ਜਲਦੀ ਬਣਾਇਆ ਜਾਵੇ। ਸੋ ਇਹਨੂੰ ਇੱਕ ਰੋਂਗ ਤਰੀਕੇ ਦੇ ਨਾਲ ਮੇਅਰ ਨੇ ਮੀਡੀਆ ਦੇ ਵਿੱਚ ਲਾਸਟ ਵੀਕ ਲੈ ਕੇ ਆਂਦਾ ਕਿ ਮੇਅਰ ਕਾਉਂਸਲ ਨੇ ਉਹ ਸਾਰਿਆਂ ਨੂੰ ਸਪੋਰਟ ਕੀਤਾ ਯੂਨੈਨਿਮਸਲੀ ਕਿ RCMP ਨੂੰ ਰਿਟੇਨ ਕੀਤਾ। ਉਹ ਅੱਜ ਵੀ ਉਹਨਾਂ ਦੀ ਵੈਬਸਾਈਟ ਤੇ ਹਜੇ ਵੀ ਉਹ ਸ਼ੋ ਕਰ ਰਹੀ ਆ। ਸੋ ਮੈਨੂੰ ਲੱਗਦਾ ਕਿ ਗਲਤ ਹੈ, ਉਹਨਾਂ ਨੂੰ ਇਹ ਪਹਿਲੇ ਤੇ ਇਹ ਮੂਵ ਕਰਨੀ ਚਾਹੀਦੀ ਹੈ, ਅਪੋਲੋਜਾਈਜ਼ ਕਰਨਾ ਚਾਹੀਦਾ ਪਬਲਿਕ ਨੂੰ ਕਿ ਉਹਨਾਂ ਤੋਂ ਇਹ ਜਿਹੜੀ ਇਹਦੀ ਇੰਟਰਪ੍ਰੀਟੇਸ਼ਨ ਹੈ ਇਹ ਗਲਤ ਹੋਈ ਆ। ਤੇ ਸੋ ਦੈਨ ਪੀਪਲ ਜਿਹੜਾ ਇੱਕ ਟਰਸਟ ਹੈ ਇਲੈਕਟਡ ਅਫੀਸ਼ੀਅਲਸ ਤੇ ਉਹ ਬਣਿਆ ਰਹੇ। ਕਾਉਂਸਲਰ ਨਾਗਰਾ, ਕੀ ਇਹਨੂੰ ਅਸੀਂ ਇੰਟਰਪ੍ਰੀਟੇਸ਼ਨ ਜਾਂ ਮਿਸ ਇੰਟਰਪ੍ਰੀਟੇਸ਼ਨ ਕਹਿ ਸਕਦੇ ਹਾਂ ਕਿ ਸ਼ਾਇਦ ਸਮਝਣ 'ਚ ਗਲਤੀ ਹੋਈ ਹੋਏਗੀ? ਕੀ ਇਹਨੂੰ ਇਸ ਤਰੀਕੇ ਨਾਲ ਵੀ ਦੇਖਿਆ ਜਾ ਸਕਦਾ, ਕੋਈ ਬੈਨੀਫਿਟ ਆਫ ਡਾਊਟ? ਉਸ ਤੋਂ ਬਾਅਦ ਵੀ ਉਹਨਾਂ ਨੂੰ ਮੀਡੀਆ ਨੇ ਚਾਂਸ ਦਿੱਤਾ ਸੀ, ਕੁਐਸਚਨ ਪੁੱਛੇ ਸੀਗੇ ਕਿ ਕਿਉਂਕਿ ਮੋਸ਼ਨ ਦੇ ਵਿੱਚ ਕਲੀਅਰਲੀ ਲਿਖਿਆ ਹੋਇਆ ਕਿ ਕਿਸੇ ਵੀ ਅਸੀਂ ਪੁਲਿਸਿੰਗ ਦੀ ਸਪੋਰਟ ਨਹੀਂ ਕਰ ਰਹੇ, ਅਸੀਂ ਜਸਟ ਡਿਸੀਜਨ ਦੀ ਡਿਮਾਂਡ ਕਰ ਰਹੇ ਹਾਂ। ਉਸ ਤੋਂ ਬਾਅਦ ਵੀ ਉਹਨਾਂ ਨੇ ਡਿਨਾਈ ਕੀਤਾ ਕਿ ਨਹੀਂ, ਉਹ ਕਹਿ ਰਹੇ ਨੇ ਕਿ ਬਿਲਕੁਲ ਜਿਹੜੀ ਉਹਨਾਂ ਦੀ ਇੰਟਰਪ੍ਰੀਟੇਸ਼ਨ ਹੈਗੀ ਆ ਉਹ ਬਿਲਕੁਲ ਠੀਕ ਆ। ਉਹ ਕਹਿੰਦੇ ਕਿ ਨਹੀਂ, ਮੇਅਰ ਕਾਉਂਸਲ ਨੇ ਉਹਨੂੰ ਸਪੋਰਟ ਕੀਤਾ। ਉਹ ਅਜੇ ਵੀ ਇਸ ਗੱਲ ਤੇ ਹੀ ਉਹ ਮੈਨੂੰ ਲੱਗਦਾ ਅੜੇ ਹੋਏ ਨੇ। ਸੋ ਬਾਕੀ ਆਪਣੇ ਸਾਰਿਆਂ ਦੇ ਕੋਲ ਉਹਦੀ ਮੋਸ਼ਨ ਦੀ ਵਰਡਿੰਗ ਹੈਗੀ ਆ, ਮੀਡੀਆ ਦੇ ਵਿੱਚ ਅਵੇਲੇਬਲ ਹੈਗੀ, ਆਪਾਂ ਸਾਰੇ ਪੜ੍ਹ ਕੇ ਆਪ ਜੱਜ ਕਰ ਸਕਦੇ ਹਾਂ ਕਿ ਕੀ ਗਲਤ ਆ ਕੀ ਸਹੀ। ਅੱਛਾ ਕਾਉਂਸਲਰ ਨਾਗਰਾ, ਤੁਸੀਂ ਸਾਨੂੰ ਦੱਸੋ ਕਿ ਜਿਹੜੀ ਮੇਅਰ ਕਾਉਂਸਲ ਹੈ ਜਾਂ ਜਿਹੜੀ ਇਹ ਕਮੇਟੀ ਹੈ, ਇਹਨਾਂ ਨੂੰ ਕੀ ਇੰਟਰਸਟ ਇਸ ਗੱਲ ਦੇ ਵਿੱਚ ਲੱਗ ਰਿਹਾ ਕਿ ਇੱਥੇ ਫੈਸਲਾ ਜਿਹੜਾ ਉਹ ਛੇਤੀ ਹੋਣਾ ਚਾਹੀਦਾ, ਜਾਂ ਤੁਹਾਨੂੰ ਕੀ ਲੱਗਦਾ ਕਿ ਇੱਥੇ ਦੇ ਫੈਸਲੇ ਨੂੰ ਜਿਹੜੀ ਬਾਕੀ ਦੀਆਂ ਸਿਟੀ ਦੇ ਮੇਅਰਸ ਨੇ ਉਹ ਕਿਸ ਤਰੀਕੇ ਨਾਲ ਦੇਖ ਰਹੇ ਨੇ? ਦੇਖੋ, ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਣਾ ਚਾਹੂੰਗਾ। ਪਿਛਲੇ 4 ਸਾਲ ਦੇ ਵਿੱਚ ਜਦੋਂ ਮੇਅਰ ਮੈਕਲਮ ਤੇ ਸਾਡੀ ਟੀਮ ਉੱਥੇ ਮੈਜੋਰਿਟੀ ਦੇ ਵਿੱਚ ਕਾਉਂਸਲ ਦੇ ਵਿੱਚ ਸੀਗੀ, ਅਸੀਂ ਉੱਥੇ ਇਸ ਗੱਲ ਦੀ ਵੀ ਡਿਮਾਂਡ ਕਰਦੇ ਰਹੇ ਕਿ ਜਿਹੜੀ ਮੈਟਰੋ ਵੈਨਕੂਵਰ ਆ ਜਾਂ ਮੇਅਰ ਕਾਉਂਸਲ ਆ, ਜਿਹੜੇ ਸਰੀ ਦੇ ਡਿਸੀਜਨ ਆ, ਚਾਹੇ ਉਹ ਲੈਂਡ ਯੂਜ਼ ਤੇ ਡਿਸੀਜਨ ਹੋਣ, ਜਿਵੇਂ ਕਿ ਕੈਂਬਲ ਹਾਈਟਸ ਦੇ ਵਿੱਚ ਇੰਡਸਟਰੀਅਲ ਪਾਰਕ ਖੋਲਣੀ ਚਾਹੀਦੀ ਜਾਂ ਨਹੀਂ ਖੋਲਣੀ ਚਾਹੀਦੀ, ਉਹ ਮੈਟਰੋ ਵੈਨਕੂਵਰ ਦੇ ਜਿਹੜੇ ਬੋਰਡ ਆਫ ਡਾਇਰੈਕਟਰਸ, ਜਿਹੜੇ ਕਾਉਂਸਲਰ ਆਉਂਦੇ ਨੇ ਨਾਰਥ ਵੈਨਕੂਵਰ ਤੋਂ ਵੈਸਟ, ਉਹ ਡਿਸੀਜਨ ਬਣਾਉਂਦੇ ਨੇ, ਉਹ ਵੋਟ ਪਾਉਂਦੇ ਨੇ। ਸੋ ਮੇਅਰ ਮੈਕਲਮ ਇਹਦੇ ਬਹੁਤ ਖਿਲਾਫ ਰਹੇ ਨੇ ਕਿ ਸਰੀ ਦੇ ਲੋਕ ਜਿਹੜੇ ਸਰੀ ਦੇ ਮੇਅਰ ਤੇ ਕਾਉਂਸਲਰਸ ਨੂੰ ਇਲੈਕਟ ਕਰਦੇ ਨੇ, ਇਹ ਉਹਨਾਂ ਦੀ ਸੇ ਹੋਣੀ ਚਾਹੀਦੀ ਹੈ ਕਿ ਸਰੀ ਵਾਸਤੇ ਕੀ ਬੈਸਟ ਹੈਗਾ।
ਬਟ ਐਟ ਦਾ ਸੇਮ ਟਾਈਮ ਜੇ ਅਸੀਂ ਜਿਹੜੇ ਬਾਕੀ ਦੀਆਂ ਮਿਊਨਿਸਪੈਲਿਟੀਜ਼ ਦੇ ਮੇਅਰਸ ਦੇ ਕੋਲ, ਚਾਹੇ ਮੈਟਰੋ ਵੈਨਕੂਵਰ ਦੇ ਕੋਲ, ਇਹ ਸਰੀ ਦਾ ਇਸ਼ੂ ਲੈ ਕੇ ਜਾਣਾ ਚਾਹੁੰਦੇ ਕਿ ਸਰੀ ਦੇ ਵਿੱਚ ਕੀ ਹੋਣਾ ਚਾਹੀਦਾ, ਮੈਨੂੰ ਲੱਗਦਾ ਬਿਲਕੁਲ ਠੀਕ ਨਹੀਂ ਆ। ਪਹਿਲੀ ਤੇ ਗੱਲ, ਕੋਈ ਵੀ ਮੇਅਰ ਕਿਸੇ ਵੀ ਮਿਊਨਿਸਪੈਲਿਟੀ ਦੇ ਮੇਅਰ ਨੇ ਇਹ ਮੋਸ਼ਨ ਨਹੀਂ ਲੈ ਕੇ ਆਉਂਦਾ। ਮੋਸ਼ਨ ਮੇਅਰ ਲੌਕ ਵੱਲੋਂ ਲੈ ਕੇ ਆਉਂਦਾ ਸੀਗਾ ਕਿ ਇੱਥੇ ਤੇ ਉਹਨਾਂ ਨੇ ਸਪੋਰਟ ਕੀਤੀ ਕਿ ਡਿਸੀਜਨ ਜਿਹੜਾ ਹੈ ਉਹ ਜਲਦੀ ਬਣਾ ਦੇਣਾ ਚਾਹੀਦਾ। ਸੋ ਪਹਿਲੀ ਦੀ ਗੱਲ, ਇਹ ਵਾਲਾ ਇਸ਼ੂ ਜਿਹੜਾ ਆ ਮੇਅਰਸ ਕਾਉਂਸਲ ਦੇ ਵਿੱਚ ਆਉਣਾ ਨਹੀਂ ਚਾਹੀਦਾ, ਮੈਟਰੋ ਵੈਨਕੂਵਰ ਬੋਰਡ ਦੇ ਵਿੱਚ ਆਉਣਾ ਨਹੀਂ ਚਾਹੀਦਾ, ਕਿਉਂਕਿ ਇਹ ਸਰੀ ਦਾ ਹੀ ਇਹ ਡਿਸੀਜਨ ਹੈਗਾ, ਸਰੀ ਦੇ ਵਿੱਚ ਕੀ ਬੈਸਟ ਆ, ਕਿਹੜੀ ਪੁਲਿਸਿੰਗ ਬੈਸਟ ਆ। ਸੋ ਸਰੀ ਦੇ ਕਾਉਂਸਲ ਤੇ ਸਰੀ ਦੀ ਮੇਅਰ ਹੀ ਬੈਸਟ ਡਿਸਾਈਡ ਕਰ ਸਕਦੇ ਕਿ ਕੀ ਆ। ਮੈਟਰੋ ਵੈਨਕੂਵਰ ਜਾਂ ਮੇਅਰ ਕਾਉਂਸਲ ਦੇ ਵਿੱਚ ਇਹ ਇਸ਼ੂ ਜਿਹੜਾ ਹੈ ਉਹ ਡਿਸਕਸ ਨਹੀਂ ਹੋਣਾ ਚਾਹੀਦਾ। ਅੱਛਾ, ਦੂਸਰੇ ਪਾਸੇ ਜੋ ਇਸ ਵੇਲੇ ਜਿਸ ਤਰੀਕੇ ਦੇ ਵੀ ਹਾਲਾਤ ਚੱਲ ਰਹੇ, ਵੀ ਡੋਂਟ ਨੋ ਕਿ ਕੀ ਇਹਦੇ 'ਚ ਉਮੀਦ ਹੈ ਕਿ ਇਸੇ ਮਹੀਨੇ ਤੱਕ, ਹੁਣ ਤਾਂ ਕੇਵਲ 18 ਦਿਨ ਹੀ ਰਹਿ ਗਏ, ਉਮੀਦ ਹੈ ਕਿ ਸਰਕਾਰ ਜਿਹੜੀ ਕੋਈ ਨਾ ਕੋਈ ਫੈਸਲਾ ਦੇ ਦੇਗੀ। ਪਰ ਇਸ ਵਕਤ ਸਰੀ ਦੇ ਲੋਕ ਬੜੇ ਕਨਫਿਊਜ਼ ਹੈ ਕਿ ਅਸੀਂ ਸਮਝੀਏ ਕਿ ਖਰਚਾ ਬਹੁਤ ਜ਼ਿਆਦਾ ਪੈ ਗਿਆ, 12.5% ਤੇ ਟੈਕਸ ਪਹੁੰਚ ਗਿਆ ਪੂਰੇ ਸਾਰੇ। ਜੇ ਅਸੀਂ BC 'ਚ ਗੱਲ ਕਰੀਏ, ਸਭ ਤੋਂ ਜ਼ਿਆਦਾ ਸਾਡੀ ਮਿਊਨਿਸਪੈਲਿਟੀ ਹੈ ਜਿਹਦੇ ਵਿੱਚ ਪ੍ਰੋਪਰਟੀ ਟੈਕਸ ਜਿਹੜਾ ਲੱਗਾ ਹੋਇਆ। ਹਾਲਾਤ ਕੀ ਬਣ ਰਹੇ ਨੇ? ਦੇਖੋ, ਇਸ ਟਾਈਮ ਇੰਟਰਸਟ ਰੇਟ ਬਹੁਤ, ਪਹਿਲੇ ਤੇ ਆਪਾਂ ਜਿਹੜੀ ਹਾਈਕ ਦੇਖੀ ਇੰਟਰਸਟ ਰੇਟ ਦੇ ਵਿੱਚ 1 ਸਾਲ ਦੇ ਵਿੱਚ ਹੀ, ਪਹਿਲੇ ਤੇ ਆਪਣੇ ਘਰਾਂ ਦੀਆਂ ਜਿਹੜੀਆਂ ਪੇਮੈਂਟ ਸੀਗੀਆਂ ਉਹ ਬਹੁਤ ਉੱਪਰ ਚਲੇ ਗਈਆਂ। ਉਸ ਤੋਂ ਬਾਅਦ ਜਿਹੜੇ ਆਪਾਂ ਹੋਰ ਇੰਟਰਸਟ ਰੇਟ ਆ, ਚਾਹੇ ਆਪਣੇ ਕਾਰ ਲੋਨਸ ਐਂਡ ਆਲ ਦੈਟ ਆ, ਉਹ ਵੀ ਸਾਰੇ ਹਾਈ ਚਲੇ ਗਏ। ਸੋ ਕਾਸਟ ਆਫ ਲਿਵਿੰਗ ਪਲੱਸ ਇਨਫਲੇਸ਼ਨ, ਕਾਸਟ ਆਫ ਲਿਵਿੰਗ ਪਹਿਲੇ ਬਹੁਤ ਹਾਈ ਚਲੇ ਗਈ। ਉਹਦੇ ਔਨ ਟਾਪ ਆਫ ਦੈਟ ਆਪਾਂ ਜਿਹੜੇ ਪ੍ਰੋਪਰਟੀ ਟੈਕਸਿਸ ਆ ਉਹ ਵਧਾ ਦਿੱਤੇ, ਤਾਂ ਕਿ ਇਨਫਰਾਸਟਰਕਚਰ ਦੀ ਅਸੀਂ ਹਮੇਸ਼ਾ ਸਪੋਰਟ ਕੀਤੀ ਹੈ ਕਿ ਸਰੀ ਦੇ ਵਿੱਚ, ਸਿਟੀ ਦੇ ਵਿੱਚ ਇਨਫਰਾਸਟਰਕਚਰ ਹੋਣਾ ਚਾਹੀਦਾ, ਨਵੇਂ ਰੈਕ ਸੈਂਟਰਸ, ਨਵੇਂ ਪੂਲਸ, ਨਵੀਆਂ ਸਪੋਰਟਸ ਫੈਸਿਲਿਟੀਜ਼ ਬਣਨੀਆਂ ਚਾਹੀਦੀਆਂ। ਪਰ ਕੀ ਆਹ ਟਾਈਮ ਹੈ ਐਕਚੁਅਲੀ, ਜੇ ਆਪਾਂ $40-50 ਮਿਲੀਅਨ ਦੀ ਜਿੱਥੇ ਆਈਸ ਰਿੰਕ ਬਣਾਉਣ ਜਾ ਰਹੇ ਹਾਂ, ਉੱਥੇ ਨੰਬਰ ਸ਼ੋ ਕਰ ਰਹੇ ਨੇ ਕਿ ਜਿਹੜੇ ਸਕੇਟਿੰਗ ਦੇ ਵਿੱਚ, ਹਾਕੀ ਦੇ ਵਿੱਚ ਜਿਹੜੇ ਕਿਡਸ ਇਨਵੋਲਵ ਹੋ ਰਹੇ ਨੇ, ਉਹਨਾਂ ਦੀ ਗਿਣਤੀ ਜਿਹੜੀ ਆ ਘਟਦੀ ਜਾ ਰਹੀ ਹੈ, ਨਾਟ ਇਨ ਸਰੀ, ਆਲ ਓਵਰ ਕੈਨੇਡਾ, ਕਿਉਂਕਿ ਨੰਬਰ ਆਫ ਰੀਜ਼ਨ, ਸਿਰ ਦੇ ਉੱਪਰ ਬੱਚਿਆਂ ਦੇ ਸੱਟ ਲੱਗਦੀ ਆ ਜਾਂ ਹੋਰ ਸੱਟਾਂ ਜ਼ਿਆਦੀਆਂ ਲੱਗਦੀਆਂ ਕਰਕੇ ਉਹ ਬੱਚੇ ਜਿਹੜੇ ਆ ਉਹ ਸਕੇਟਿੰਗ ਵੱਲ, ਆਈਸ ਰਿੰਕਸ ਵੱਲ ਘੱਟ ਜਾ ਰਹੇ ਨੇ। ਐਟ ਦਾ ਸੇਮ ਟਾਈਮ ਕਿ ਜਿਸ ਇਹ ਸਾਡੀ ਇਲੈਕਸ਼ਨ ਪ੍ਰੋਮਿਸ ਸੀ, ਅਸੀਂ $40 ਮਿਲੀਅਨ ਆਈਸ ਰਿੰਕਸ ਤੇ ਖਰਚਣਾ ਹੀ ਖਰਚਣਾ ਆ। ਇੱਦਾਂ ਦੀਆਂ ਚੀਜ਼ਾਂ ਹੀ ਅਵੋਇਡ ਕੀਤੀਆਂ ਜਾ ਸਕਦੀਆਂ ਸੀ, ਕੱਟ ਕੀਤੀਆਂ ਜਾ ਸਕਦੀਆਂ ਸੀ, ਤਾਂ ਕਿ ਆਪਾਂ ਜਿਹੜੇ ਆ ਆਪਣਾ ਜਿਹੜਾ ਬਜਟ ਆ, ਉਹ ਜਿਹੜੇ ਆਪਣੇ ਪ੍ਰੋਪਰਟੀ ਟੈਕਸਿਸ ਆ ਉਹਨਾਂ ਨੂੰ ਲੋ ਕਰ ਸਕਦੇ। ਔਨ ਟਾਪ ਆਫ ਦੈਟ, ਜੇ ਅੱਜ ਆਪਾਂ RCMP ਦੇ ਨਾਲ ਜਾਂਦੇ ਹਾਂ, $85 ਮਿਲੀਅਨ ਜਿਹੜੀ ਸੈਵਰੈਂਸ ਪੇਸ ਦੇ ਵਿੱਚ ਜਿਹੜੀ SPS ਨੂੰ ਜਾਏਗੀ, ਜੇ ਉਹਨੂੰ ਵੀ ਆਪਾਂ ਬਚਾ ਸਕਦੇ ਸੀ, ਉਹਨੂੰ ਆਪਾਂ ਸੇਵ ਕਰਕੇ ਆਪਾਂ ਜਿਹੜੇ ਆਪਣੇ ਪ੍ਰੋਪਰਟੀ ਟੈਕਸਿਸ ਆ ਲੋ ਕਰ ਸਕਦੇ ਸੀਗੇ। ਸੋ ਇਦਾਂ ਦੀਆਂ ਬਹੁਤ ਜ਼ਿਆਦਾ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਹਜੇ ਆਪਾਂ ਵੇਟ ਕਰ ਸਕਦੇ ਸੀ ਕਿ ਇਹਨਾਂ ਤੋਂ ਬਗੈਰ ਕੰਮ ਚੱਲ ਸਕਦਾ ਤੇ ਪ੍ਰੋਪਰਟੀ ਟੈਕਸਿਸ ਜਿਹੜੇ ਆ ਉਹ ਘੱਟ ਰਹਿ ਸਕਦੇ ਸੀਗੇ। ਬਟ ਆਈ ਗੈਸ ਮੇਅਰ ਐਂਡ ਉਹਨਾਂ ਦੀ ਜਿਹੜੀ ਟੀਮ ਆ, ਉਹਨਾਂ ਦੀ ਪ੍ਰਾਇੋਰਟੀਜ਼ ਡਿਫਰੈਂਟ ਨੇ। ਸੋ ਉਹਨਾਂ ਨੇ ਸੋਚਿਆ ਕਿ ਜਿਹੜੀਆਂ ਆਈਸ ਰਿੰਕਸ ਆ ਉਹ ਵੀ ਅੱਜ ਹੀ ਬਣਾਉਣੀਆਂ ਚਾਹੀਦੀਆਂ, ਜਦੋਂ ਲੋਕ ਆਲਰੇਡੀ ਸਟਰਗਲ ਕਰ ਰਹੇ ਨੇ ਫਾਈਨੈਂਸ਼ੀਅਲੀ, ਤੇ ਬਾਕੀ ਹੋਰ ਜਿਹੜੀਆਂ ਇੱਦਾਂ ਦੀਆਂ ਐਮੈਨਿਟੀਜ਼ ਆ ਉਹ ਅੱਜ ਹੀ ਜਲਦੀ ਬਣਾਉਣੀਆਂ ਚਾਹੀਦੀਆਂ। ਤੇ ਇਸ ਕਰਕੇ ਜਿਹੜੇ ਪ੍ਰੋਪਰਟੀ ਟੈਕਸਿਸ ਦੇ ਵਿੱਚ ਜਿਹੜੀ ਹਾਈਕ ਆ ਆਪਾਂ ਨੂੰ ਦੇਖਣ ਨੂੰ ਮਿਲੇਗੀ। ਨਾਗਰ ਸਾਹਿਬ, ਕੀ ਕਾਉਂਸਲ ਦੀ ਮੀਟਿੰਗ ਦੇ ਵਿੱਚ ਤੁਹਾਡੇ ਵੱਲੋਂ, ਤੁਹਾਡੀ ਟੀਮ ਦੇ ਵੱਲੋਂ ਜਾਂ ਤੁਹਾਡੀ ਸਲੇਟ ਔਰ ਲਿੰਡਾ ਐਨਾਈਸ ਉਹਨਾਂ ਵੱਲੋਂ ਇਹ ਮਾਮਲਾ ਜਿਹੜਾ ਚੁੱਕਿਆ ਜਾਏਗਾ, ਜਿਹੜੀ ਇਹ ਸਟੇਟਮੈਂਟ ਮੇਅਰ ਦੇ ਵੱਲੋਂ ਦਿੱਤੀ ਗਈ ਹੈ ਜਿਹਨੂੰ ਇਨਐਕੂਰੇਟ ਕਿਹਾ ਜਾ ਰਿਹਾ ਕੁਝ ਮੇਅਰਸ ਦੇ ਵੱਲੋਂ? ਜੀ, ਅਸੀਂ ਪਲਾਨ ਕਰ ਰਹੇ ਹਾਂ ਜਿਹੜੀ ਅਗਲੀ ਕਮਿੰਗ ਮੰਡੇ ਜਿਹੜੀ ਕਾਉਂਸਲ ਮੀਟਿੰਗ ਹੈ, ਇਹਦੇ ਵਿੱਚ ਵੀ ਜਿਹੜਾ ਇਸ਼ੂ ਆ ਇਹਨੂੰ ਡਿਸਕਸ ਕਰੀਏ ਕਿ ਕਿਉਂ ਇੱਕ ਮਿਸਲੀਡਿੰਗ ਸਟੇਟਮੈਂਟ ਬਾਹਰ ਪਬਲਿਕ ਦੇ ਵਿੱਚ, ਤੇ ਸਪੈਸ਼ਲੀ ਮੇਅਰ ਦੀ ਵੈਬਸਾਈਟ ਤੇ ਸਟਿਲ ਜਿਹੜੀ ਇਹ ਸਟੇਟਮੈਂਟ ਹੈਗੀ ਅਵੇਲੇਬਲ ਹੈ, ਕਿਉਂ ਆਪਾਂ ਪਬਲਿਕ ਨੂੰ ਜਿਹੜੀ ਗਲਤ ਇਨਫੋਰਮੇਸ਼ਨ ਹੈ ਬਾਹਰ ਭੇਜ ਰਹੇ ਹਾਂ। ਡੈਫੀਨਿਟਲੀ ਇਹਦੇ ਤੇ ਅਸੀਂ ਪਲਾਨ ਕਰ ਰਹੇ ਹਾਂ ਕਿ ਇਹਦੇ ਤੇ ਡਿਸਕਸ਼ਨ ਹੋਵੇ। ਥੈਂਕ ਯੂ ਸੋ ਮਚ ਮਿਸਟਰ ਨਾਗਰਾ, ਤੁਸੀਂ ਸਾਨੂੰ ਸਮਾਂ ਦਿੱਤਾ, ਸਾਡੇ ਨਾਲ ਗੱਲਬਾਤ ਕੀਤੀ। ਵੀ ਆਰ ਰੀਅਲੀ ਥੈਂਕਫੁਲ ਟੂ ਯੂ। ਜੀ, ਤੁਹਾਡਾ ਟਾਈਮ ਦੇਣ ਵਾਸਤੇ ਥੈਂਕ ਯੂ।